ਕਿਸਾਨਾਂ ਦੇ ਨਾਲ 7 ਮਹੀਨੇ ਤੋਂ ਖੜੇ ਆ। ਮੇਨ ਅਸੀਂ ਵੀ ਕਿਸਾਨਾਂ ਦੀਆਂ ਧੀਆਂ ਵਾਂ। ਔਰ ਦੂਸਰੇ ਨੰਬਰ ਤੇ ਇਹ ਆ ਕਿ ਅਸੀਂ ਚਾਹੁੰਦੇ ਹਾਂ ਕਿ ਜੋ ਵੀ ਮੋਦੀ ਨੇ ਕਾਲੇ ਕਾਨੂੰਨ ਪਾਸ ਕੀਤੇ ਹੋਏ ਆ ਅਸੀਂ ਰੱਦ ਕਰਵਾਉਣੇ ਆ। ਰੱਦ ਕਰਵਾ ਕੇ ਹੀ ਘਰਾਂ ਨੂੰ ਮੁੜਾਂਗੇ। ਜਿਹੜਾ ਸਾਡੇ ਕਿਸਾਨ ਵੀਰਾਂ ਦਾ ਜੋ ਵੀ ਸਿੰਘੂ ਬਾਰਡਰ, ਟਿਕਰੀ ਬਾਰਡਰ ਬੈਠੇ ਹੋਏ ਆ, ਗਾਜ਼ੀਆਬਾਦ ਬਾਰਡਰ ਤੇ ਬੈਠੇ ਹੋਏ, ਜਿਹੜਾ ਉਹਨਾਂ ਦਾ ਨਾਰਾ ਹੈਗਾ ਕਿ ਜਿਸ ਦਿਨ ਵੀ ਸਾਡੇ ਕਾਲੇ ਕਾਨੂੰਨ ਰੱਦ ਹੋਣਗੇ ਉਸ ਦਿਨ ਹੀ ਅਸੀਂ ਉਸ ਤੋਂ ਉੱਠਾਂਗੇ। ਜਾਂ ਤਾਂ ਅਸੀਂ ਜਿੱਤ ਕੇ ਜਾਵਾਂਗੇ ਜਾਂ ਸਾਡੀਆਂ ਲਾਸ਼ਾਂ ਜਾਵਾਂਗੇ, ਅਸੀਂ ਉਹਨਾਂ ਦੇ ਨਾਲ। ਭਾਜਪਾ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹ ਕਹਿੰਦੇ ਕਿ ਸਾਨੂੰ ਸਮਝਾਉਣ ਤਾਂ ਸਹੀ ਕਾਨੂੰਨਾਂ ਦੇ ਵਿੱਚ ਕਾਲਾ ਕੀ ਹੈ। ਸਭ ਕੁਝ ਹੀ ਕਾਲਾ ਹੈ, ਚਿੱਟਾ ਤੇ ਕੁਝ ਵੀ ਨਹੀਂ ਆ। ਕਿਉਂਕਿ ਜਿਹੜੇ ਜਿੰਨੇ ਵੀ ਹੈਗੇ ਆ ਭਾਜਪਾ ਦੇ, ਜਿੰਨੇ ਵੀ ਕਾਰਕੁਨ ਆ, ਜਿੰਨੇ ਵੀ ਅਧਿਕਾਰੀ ਆ ਜਾਂ MLAs ਆ ਜਾਂ ਮਿਨਿਸਟਰਸ ਆ, ਸਾਰੇ ਹੀ ਮੋਦੀ ਦੇ ਅੰਡਰ, ਅੰਬਾਨੀਆਂ ਅਡਾਨੀਆਂ ਦੇ ਅੰਡਰ ਵਿਕੇ ਹੋਏ ਆ। ਕਿ ਮਹਿੰਗਾਈ ਇੰਨੀ ਹੋ ਗਈ, ਤੇਲ ਦਾ ਰੇਟ ਦੇਖੋ, ਦਾਲਾਂ ਦਾ ਰੇਟ ਦੇਖੋ, ਪੈਟਰੋਲ ਦਾ ਰੇਟ, ਗੈਸ ਦਾ ਰੇਟ ਕਿੱਥੋਂ ਤੱਕ ਪਹੁੰਚ ਚੁੱਕਿਆ। ਉਹਨਾਂ ਦੇ ਵੀ ਘਰ 'ਚ ਪਰਿਵਾਰ ਹੈਗੇ ਆ, ਉਹ ਵੀ ਗੈਸ ਵੀ ਵਰਤ ਰਹੇ ਆ, ਪੈਟਰੋਲ ਵੀ ਯੂਜ਼ ਕਰ ਰਹੇ ਆ। ਉਹਨਾਂ ਦੇ ਵੀ ਬੱਚੇ ਕਿਤੇ ਨਾ ਕਿਤੇ ਪੜ੍ਹਨ ਜਾਂਦੇ ਆ ਜਾਂ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਘਰ ਦੇ ਮੈਂਬਰ ਆ ਕਿਤੇ ਨਾ ਕਿਤੇ ਨੌਕਰੀਆਂ ਕਰਦੇ ਆ। ਸਾਰਾ ਪੈਟਰੋਲ ਵੀ ਯੂਜ਼ ਹੋ ਰਿਹਾ, ਡੀਜ਼ਲ ਵੀ ਯੂਜ਼ ਹੋ ਰਿਹਾ, ਗੈਸ ਵੀ ਯੂਜ਼ ਹੋ ਰਹੀ ਆ। ਉਹ ਕਿਉਂ ਨਹੀਂ ਸਮਝ ਪਾ ਰਹੇ? ਉਹ ਇਸੇ ਕਰਕੇ ਨਹੀਂ ਸਮਝ ਪਾ ਰਹੇ ਕਿਉਂਕਿ ਜੇ ਸਾਨੂੰ ਤਾਂ ਇਹੀ ਲੱਗ ਰਿਹਾ, ਹੁਣ ਮੇਨ ਮੁੱਦਾ ਇਹੀ ਲੱਗ ਰਿਹਾ ਕਿ ਜਿਹੜਾ 15-15 ਲੱਖ ਮੋਦੀ ਨੇ ਸਾਰੇ ਜਿੰਨੀ ਵੀ ਗਰੀਬ ਜਨਤਾ ਸੀ ਉਹਨਾਂ ਦੇ ਅਕਾਊਂਟਾਂ 'ਚ ਪਾਉਣ ਨੂੰ ਬੋਲੇ, ਸਾਨੂੰ ਲੱਗਦਾ ਕਿ ਉਹਨਾਂ ਜਿੰਨੇ ਵੀ BJP ਦੇ ਵਿਧਾਇਕ ਉਹਨਾਂ ਦੇ ਅਕਾਊਂਟਾਂ 'ਚ ਪਾ ਦਿੱਤਾ ਹੈ। ਕਿਸਾਨ ਬੇਵਕੂਫ ਥੋੜੀ ਆ ਜਿਹੜੇ 9 ਮਹੀਨੇ ਤੇ ਬੈਠੇ ਆ, ਹੈ ਨਾ। ਪਹਿਲੇ ਸਮਝਦੇ ਸੀ ਕਿ ਅਨਪੜ੍ਹ ਕਿਸਾਨ ਹੈ, ਇਹਨਾਂ ਨੂੰ ਕੋਈ ਸਮਝ ਨਹੀਂ, ਜਿੱਧਰ ਪਿੱਛੇ ਮਰਜ਼ੀ ਲਾ ਲਓ, ਹੈ ਨਾ। ਲੇਕਿਨ ਹੁਣ ਅੱਜ ਕੱਲ ਦਾ ਕਿਸਾਨ ਪੜ੍ਹਿਆ ਲਿਖਿਆ ਹੈ, ਉਹ ਸਭ ਜਾਣਦਾ ਹੈ। ਉਹ 9 ਮਹੀਨੇ ਤੋਂ ਐਵੇਂ ਨਹੀਂ ਇੰਨੀ ਠੰਡ 'ਚ, ਬਾਰਿਸ਼ 'ਚ, ਗਰਮੀ 'ਚ ਬੈਠੇ ਹੋਏ ਆ ਨਾ। ਇਹ ਤਾਂ ਦੋਗਲੇ ਇਨਸਾਨ ਹੈ। ਜਿਹੜਾ ਇਹਨਾਂ ਨੂੰ ਵਹਿਮ ਹੈ ਨਾ ਕਿ BJP ਦੀ ਸਰਕਾਰ ਹੈ, ਉਹ ਵਹਿਮ ਇਸ ਵਾਰ ਨਿਕਲ ਜਾਏਗਾ 2000 ਦੀ। ਬਾਕੀ ਜਿਹੜੇ ਸੂਬੇ ਨੇ ਕਿਤੇ ਨਾ ਕਿਤੇ ਲੱਗਦਾ ਹੈ ਵੀ ਉਹਨਾਂ ਨਾਲੋਂ ਖੁਸ਼ਹਾਲ ਹੈ ਕਿਉਂਕਿ ਹਾਲਾਤ ਤਾਂ ਵੱਧ ਤੋਂ ਬੱਤਰ ਹੀ ਨੇ ਨਾ ਕਿਸਾਨਾਂ ਦੇ। ਭਾਵੇਂ ਬੱਤਰ ਹੈ ਫਿਰ ਵੀ ਜ਼ਮੀਨਾਂ ਵਾਲੇ ਆ, ਨਾਲੇ ਜ਼ਮੀਰਾਂ ਵਾਲੇ ਵੀ ਹੈ, ਜ਼ਮੀਨਾਂ ਵਾਲੇ ਵੀ ਹੈ। ਕਿਉਂਕਿ ਜੇ ਤੁਸੀਂ ਦੇਖੋ ਤਾਂ 70% ਖੇਤੀ ਸਿਰਫ ਪੰਜਾਬ ਔਰ ਹਰਿਆਣਾ ਬੀਜ ਕੇ ਲੋਕਾਂ ਨੂੰ ਖਿਲਾ ਰਿਹਾ ਹੈ। ਦੂਜਿਆਂ ਦੇਸ਼ਾਂ, ਦੂਜੇ ਮੁਲਕਾਂ ਨੂੰ ਵੀ ਆਪਣਾ ਹਰਿਆਣਾ ਤੇ ਪੰਜਾਬ ਹੀ ਪਾਲਦਾ ਹੈ। ਹੋਰਨਾਂ 'ਚ ਇੰਨੀ ਖੇਤੀ ਨਹੀਂ ਹੈ ਜਿੰਨੀ ਇੱਥੇ ਹੁੰਦੀ ਹੈ। ਕੋਈ ਇੰਨੇ ਅਸੀਂ ਹੈ ਵੀ ਨਹੀਂ ਕਿ ਬੱਚਿਆਂ ਨੂੰ ਕਿਤੇ ਵੱਡੇ ਬਿਜ਼ਨਸ ਜਾਂ ਕੁਝ ਖੋਲ੍ਹ ਦਈਏ। ਹੁਣ ਤਾਂ ਉਹ ਵੀ ਆਪਸ਼ਨ ਨਹੀਂ ਰਹਿ ਗਿਆ ਕਿਉਂਕਿ ਸਾਰਾ ਕੁਝ ਇਹਨਾਂ ਨੇ ਅੰਬਾਨੀ ਅਡਾਨੀ ਦੇ ਹੱਥ ਵਿੱਚ ਦੇ ਦਿੱਤਾ। ਕਿ ਤੁਸੀਂ ਡੰਡੇ ਖਾਦੇ ਨੇ, ਪੁਲਿਸ ਦੇ ਡੰਡੇ ਖਾਦੇ ਨੇ ਜਦੋਂ ਤੇ ਸੰਘਰਸ਼ ਵਿੱਚ ਹਾਂ ਸਭ, ਹਾਂ ਹੱਡੀਆਂ ਵੀ ਟੁੱਟੀਆਂ ਨੇ, ਮਾਸ ਵੀ ਪਾਟੇ ਨੇ, ਬਹੁਤ ਕੁਝ ਹੋਇਆ ਸਾਡੇ ਨਾਲ। ਹੁਣ ਤੇ ਬਸ ਸਾਡੇ ਵਿਚਾਰੇ ਵੀਰਾਂ ਨਾਲ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ, ਜਦ ਕਿ BJP ਦੇ ਗੁੰਡੇ ਸੀ ਜਿਨ੍ਹਾਂ ਨੇ ਉੱਥੇ ਪੱਥਰ ਚਲਾਏ। ਅਸੀਂ ਤਾਂ ਸਿਰਫ ਖਾਲੀ ਹੱਥ ਜਾਂ ਸਾਡੇ ਕੋਲ ਝੰਡੇ ਸੀ। ਇਹ ਦੇਖੋ ਸਾਡੇ ਨਾ ਪਹਿਲੋਂ ਜਿਹੜਾ ਇਹ ਚੰਡੀਗੜ੍ਹ ਬਸਿਆ, ਇਹ ਸਾਰੇ ਪੰਜਾਬ ਦੇ ਪਿੰਡਾਂ ਦੇ ਜ਼ਮੀਨਾਂ ਲੈ ਕੇ ਬਸਾਇਆ ਸੀ। ਪਰ ਅੱਜ ਤਰਾਸਦੀ ਇਹ ਹੈ ਜਿਹੜੇ ਉੱਥੋਂ ਦੇ ਬਸਿੰਦੇ ਸੀ ਉਹਨਾਂ ਦਾ ਤਾਂ ਵਿਚਾਰਿਆਂ ਦਾ ਇੱਥੇ ਨਾਮੋ ਨਿਸ਼ਾਨ ਵੀ ਨਹੀਂ। ਸਾਡੇ 23 ਪਿੰਡ ਬਚੇ ਆ, 23 ਪਿੰਡਾਂ ਦਾ ਅਜੇ ਨਾਮ ਚੱਲ ਰਿਹਾ ਹੈ। ਉਸ ਦੇ ਵਿੱਚੋਂ ਵੀ ਸਾਡੇ 13 ਪਿੰਡ ਬਚੇ ਸੀ ਜਿਨ੍ਹਾਂ ਦੀਆਂ 2-3 ਸਾਲ ਤੋਂ ਪੰਚਾਇਤਾਂ ਸਾਡੀਆਂ ਤੋੜ ਕੇ ਉਹਨਾਂ ਨੂੰ ਵੀ ਦਸੰਬਰ 'ਚ ਜਿਹੜਾ MC ਦਾ ਇਲੈਕਸ਼ਨ ਆਉਣਾ ਉਹ 'ਚ ਰਲਾ ਲਿਆ ਗਿਆ। ਪਰ ਸਹੂਲਤ ਸਾਨੂੰ ਕੋਈ ਵੀ ਨਹੀਂ। ਐਡੀ ਵੱਡੀ ਰਾਜਧਾਨੀ ਜਿਹੜੀ ਉਸਾਰ ਦਿੱਤੀ ਗਈ ਹੈ ਪੰਜਾਬ ਦੀ, ਪਰ ਪਿੰਡ ਉਜਾੜ ਦਿੱਤੇ ਗਏ, ਜ਼ਮੀਨਾਂ ਵਿਸਰ ਗਈਆਂ। ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ? ਕਿਉਂ ਨਹੀਂ ਬਰਾਬਰ ਹੱਕ ਮਿਲ ਸਕੇ? ਸਰਕਾਰ ਨੂੰ ਜ਼ਿੰਮੇਵਾਰ ਮੰਨਦੇ ਹਾਂ ਕਿਉਂਕਿ ਉਸ ਟਾਈਮ ਕਿਹਾ ਗਿਆ ਸੀ ਕਿ ਇਹ ਪੰਜਾਬ ਦੀ ਰਾਜਧਾਨੀ ਹੈ। ਮੈਂ ਤਾਂ ਪੰਜਾਬ ਸਰਕਾਰ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਪੁੱਛਣਾ ਚਾਹੁੰਦੀ ਹਾਂ ਕੀ ਗੱਲ ਸਾਡੀ ਸਾਰ ਕਿਉਂ ਨਹੀਂ ਲੈ ਰਹੇ? ਅੱਜ ਹੁਣ ਇੱਕ ਗੱਲ ਸਾਨੂੰ ਇਹ ਵੀ ਪਤਾ ਲੱਗ ਰਹੀ ਹੈ, ਜਿਹੜਾ ਪੰਜਾਬ ਦਾ ਰਾਜਪਾਲ ਹੈ ਉਹ 22 ਤਰੀਕ ਨੂੰ ਉਹਨਾਂ ਦੀ ਰਿਟਾਇਰਮੈਂਟ ਹੋ ਗਈ। ਸਾਡਾ ਚੰਡੀਗੜ੍ਹ ਦਾ ਪ੍ਰਸ਼ਾਸਕ ਵੀ ਅਲੱਗ ਲੱਗ ਰਿਹਾ ਹੈ। ਇਸ ਦੇ ਲਈ ਵੀ ਕਿਉਂ ਨਹੀਂ ਪੰਜਾਬ ਦੇ ਮਿਨਿਸਟਰ ਪੁੱਛ ਰਹੇ? ਉਹ ਆਪਣੀਆਂ ਸਿਰਫ ਰੋਟੀਆਂ ਸੇਕਣ ਲਈ ਆਪਣੀਆਂ ਪਾਰਟੀਆਂ ਦੇ ਮਗਰ ਭੱਜੇ ਫਿਰ ਰਹੇ ਆ। ਇਹ ਝੰਡੇ ਜੋ ਤੁਸੀਂ ਵੇਖ ਰਹੇ ਹੋ, ਇਸ ਤੋਂ ਅੰਦਾਜ਼ਾ ਲੱਗ ਹੀ ਗਿਆ ਹੋਵੇਗਾ ਕਿ ਅੱਜ ਕਿਸਾਨੀ ਸੰਘਰਸ਼ ਦੀ ਗੱਲ ਕਰਾਂਗੇ। ਕਿਸਾਨੀ ਸੰਘਰਸ਼ ਨੂੰ ਦਿੱਲੀ ਦੀਆਂ ਸਰਹੱਦਾਂ ਦੇ 9 ਮਹੀਨੇ ਦਾ ਸਮਾਂ ਬੇਸ਼ੱਕ ਹੋ ਗਿਆ ਹੋਵੇ, ਪਰ ਪੰਜਾਬ ਤੋਂ ਇਸ ਸੰਘਰਸ਼ ਦੀ ਚਿੰਗਿਆੜੀ ਉੱਠੀ ਹੈ ਔਰ ਕੋਨੇ-ਕੋਨੇ ਦੇ ਵਿੱਚ, ਗਲੀ-ਗਲੀ, ਸ਼ਹਿਰ-ਸ਼ਹਿਰ ਦੇ ਵਿੱਚ ਕਿਸਾਨੀ ਸੰਘਰਸ਼ ਦਾ ਹੋਕਾ ਦਿੱਤਾ ਜਾ ਰਿਹਾ ਹੈ। ਸਿਟੀ ਬਿਊਟੀਫੁਲ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ, ਜਿੱਥੇ ਕਿਸਾਨੀ ਸੰਘਰਸ਼ ਦੇ ਸਮਰਥਨ ਦੇ ਵਿੱਚ ਵੱਡਾ ਇਕੱਠ ਹੋਇਆ ਹੈ, ਕਿਸਾਨ ਸੰਮੇਲਨ ਹੋਇਆ ਹੈ
ਔਰ ਰੰਗ ਤੁਸੀਂ ਸ਼ਾਰਟਸ ਦੇ ਰਾਹੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਭਾਰੀ ਇਕੱਠ ਕਿਸਾਨਾਂ ਦੇ ਸਮਰਥਨ ਦੇ ਵਿੱਚ ਇਕੱਠਾ ਹੋਇਆ ਹੈ। ਹਾਲਾਂਕਿ ਭਰ ਸਰਦੀ ਤੋਂ ਸ਼ੁਰੂਆਤ ਹੋਈ ਇਸ ਲੜਾਈ ਦੀ ਔਰ ਭਰ ਗਰਮੀ ਆ ਗਈ ਹੈ। ਬੇਹੱਦ ਗਰਮੀ ਦਾ ਮੌਸਮ ਹੈ, ਧੁੱਪ ਔਰ ਗਰਮੀ ਨੇ ਪਸੀਨੇ ਦੇ ਨਾਲ ਲੱਥਪੱਥ ਕੀਤਾ ਹੋਇਆ ਹੈ, ਪਰ ਜਿਹੜਾ ਜੋਸ਼ ਹੈ, ਜਨੂਨ ਹੈ, ਉਹ ਕਿਤੇ ਵੀ ਘੱਟ ਨਹੀਂ ਹੋ ਰਿਹਾ। ਬੀਬੀਆਂ ਵੀ ਵੱਧ ਚੜ ਕੇ ਇਸ ਸੰਘਰਸ਼ ਦੇ ਵਿੱਚ ਸਮਰਥਨ ਕਰ ਰਹੀਆਂ ਨੇ ਔਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਮਾਤਾ ਜੀ ਕਿੱਥੋਂ ਆਏ ਹੋ? ਅਸੀਂ ਇੱਥੇ ਲੋਕਲ ਹੀ ਚੰਡੀਗੜ੍ਹ ਤੋਂ ਹੀ। ਕਿੰਨੀ ਦੇਰ ਤੋਂ ਸੰਘਰਸ਼ ਦਾ ਹਿੱਸਾ ਬਣੇ ਹੋਏ ਹੋ? ਸਾਨੂੰ ਅੱਜ ਪੂਰੇ 7 ਮਹੀਨੇ ਹੋ ਗਏ ਸੰਘਰਸ਼ ਕਰਦੇ ਨੂੰ। ਪੂਰੇ 7 ਮਹੀਨੇ ਹੋ ਗਏ ਔਰ ਬਹੁਤ ਸਾਰੇ ਰੰਗ ਵੀ ਤੁਸੀਂ ਇਹਨਾਂ 7 ਮਹੀਨਿਆਂ 'ਚ ਵੇਖੇ ਹੋਣੇ। 26 ਜਨਵਰੀ ਵੀ ਆਇਆ, ਬਹੁਤ ਸਾਰੇ ਉਤਾਰ ਚੜਾਵ ਆਏ, ਬਹੁਤ ਸਾਰੇ ਐਲੀਗੇਸ਼ਨਸ ਵੀ ਲੱਗੇ ਨੇ, ਪਰ ਜਿਹੜਾ ਜਜ਼ਬਾ ਹੈ ਉਹ ਅੱਜ ਵੀ ਕਾਇਮ ਹੈ। ਕਿਉਂਕਿ ਅੱਜ ਜਿਸ ਵੇਲੇ ਅਸੀਂ ਖੜੇ ਹਾਂ ਇੱਥੇ ਬਹੁਤ ਜ਼ਿਆਦਾ ਪਸੀਨੇ ਨਾਲ ਸਾਰੇ ਲੱਥਪੱਥ ਹੋਏ ਹੋਏ ਨੇ, ਬਹੁਤ ਜ਼ਿਆਦਾ ਭਰ ਗਰਮੀ ਹੈ, ਪਰ ਭਰ ਗਰਮੀ ਦੇ ਵਿੱਚ ਵੀ ਜਿਹੜਾ ਕਿਸਾਨੀ ਸੰਘਰਸ਼ ਹੈ ਉਹ ਇੱਕ ਹੋਕਾ ਦੇ ਰਿਹਾ ਆਪਣੇ ਜਿਹੜਾ ਵਜੂਦ ਹੈ ਉਸ ਨੂੰ ਬਚਾਉਣ ਦਾ। ਹਾਂਜੀ, ਇਹ ਵਜੂਦ ਇਹ ਆ ਕਿ ਅਸੀਂ ਕਿਸਾਨਾਂ ਦੇ ਨਾਲ 7 ਮਹੀਨੇ ਤੋਂ ਖੜੇ ਆ। ਮੇਨ ਅਸੀਂ ਵੀ ਕਿਸਾਨਾਂ ਦੀਆਂ ਧੀਆਂ ਵਾ ਔਰ ਦੂਸਰੇ ਨੰਬਰ ਤੇ ਇਹ ਆ ਕਿ ਅਸੀਂ ਚਾਹੁੰਦੇ ਆ ਕਿ ਜੋ ਵੀ ਮੋਦੀ ਨੇ ਕਾਲੇ ਕਾਨੂੰਨ ਪਾਸ ਕੀਤੇ ਹੋਏ ਆ ਅਸੀਂ ਰੱਦ ਕਰਵਾਉਣੇ ਆ। ਰੱਦ ਕਰਵਾ ਕੇ ਹੀ ਘਰਾਂ ਨੂੰ ਮੁੜਾਂਗੇ। ਜਿਹੜਾ ਸਾਡੇ ਕਿਸਾਨ ਵੀਰਾਂ ਦਾ ਜੋ ਵੀ ਸਿੰਘੂ ਬਾਰਡਰ, ਟਿਕਰੀ ਬਾਰਡਰ ਬੈਠੇ ਹੋਏ ਆ, ਗਾਜ਼ੀਆਬਾਦ ਬਾਰਡਰ ਤੇ ਬੈਠੇ ਹੋਏ, ਜਿਹੜਾ ਉਹਨਾਂ ਦਾ ਨਾਰਾ ਹੈਗਾ ਕਿ ਜਿਸ ਦਿਨ ਵੀ ਸਾਡੇ ਕਾਲੇ ਕਾਨੂੰਨ ਰੱਦ ਹੋਣਗੇ ਉਸ ਦਿਨ ਹੀ ਉਸ ਤੋਂ ਉੱਠਾਂਗੇ, ਜਾਂ ਤਾਂ ਅਸੀਂ ਜਿੱਤ ਕੇ ਜਾਵਾਂਗੇ ਜਾਂ ਸਾਡੀਆਂ ਲਾਸ਼ਾਂ ਜਾਵਾਂਗੇ। ਅਸੀਂ ਉਹਨਾਂ ਦੇ ਨਾਲ ਆ। ਹਾਂਜੀ, ਜਦੋਂ ਵੀ ਸੰਘਰਸ਼ੀਲ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਅਕਸਰ ਇੱਕ ਸੰਬੋਧਨ ਸੁਣਨ ਨੂੰ ਮਿਲਦਾ ਹੈ ਕਿ ਕਾਲੇ ਕਾਨੂੰਨ। ਤੁਸੀਂ ਵੀ ਜ਼ਿਕਰ ਕੀਤਾ ਕਿ ਕਾਲੇ ਕਾਨੂੰਨ, ਪਰ ਜਦੋਂ ਭਾਜਪਾ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹ ਕਹਿੰਦੇ ਕਿ ਸਾਨੂੰ ਸਮਝਾਉਣ ਤਾਂ ਸਹੀ ਕਾਨੂੰਨਾਂ ਦੇ ਵਿੱਚ ਕਾਲਾ ਕੀ ਹੈ। ਸਭ ਕੁਝ ਹੀ ਕਾਲਾ ਹੈ, ਚਿੱਟਾ ਤੇ ਕੁਝ ਵੀ ਨਹੀਂ ਆ। ਕਿਉਂਕਿ ਜਿਹੜੇ ਜਿੰਨੇ ਵੀ ਹੈਗੇ ਆ ਭਾਜਪਾ ਦੇ, ਜਿੰਨੇ ਵੀ ਕਾਰਕੁਨ ਆ, ਜਿੰਨੇ ਵੀ ਅਧਿਕਾਰੀ ਆ ਜਾਂ MLAs ਆ ਜਾਂ ਮਿਨਿਸਟਰਸ ਆ, ਸਾਰੇ ਹੀ ਮੋਦੀ ਦੇ ਅੰਡਰ, ਅੰਬਾਨੀਆਂ ਅਡਾਨੀਆਂ ਦੇ ਅੰਡਰ ਵਿਕੇ ਹੋਏ ਆ। ਕਿਉਂਕਿ ਸੱਚ ਉਹ ਵੀ ਜਾਣਦੇ ਆ। ਇਹ ਨਹੀਂ ਕਿ ਇਕੱਲੇ ਸਾਡੇ ਨਾਲ ਨਹੀਂ ਬੀਤ ਰਹੀ, ਬੀਤੇਗੀ ਉਹਨਾਂ ਨਾਲ ਵੀ। ਕਿਉਂਕਿ ਰੋਟੀ ਉਹ ਵੀ ਖਾਂਦੇ ਆ, ਰੋਟੀ ਅਸੀਂ ਵੀ ਖਾਂਦੇ ਆ। ਸਪੈਸ਼ਲ ਉਹ ਕੁਝ ਖਾਂਦੇ ਨਹੀਂ, ਦਾਲ ਚਾਵਲ ਅਸੀਂ ਖਾਂਦੇ, ਦਾਲ ਰੋਟੀ ਉਹ ਖਾਂਦੇ, ਸਬਜ਼ੀਆਂ ਵੀ ਚੜੀ ਸਾਡੇ ਵੱਲੋਂ, ਸਾਡੇ ਬਜ਼ੁਰਗਾਂ ਵੱਲੋਂ ਉਗਾਈਆਂ ਗਈਆਂ ਸਬਜ਼ੀਆਂ ਉਹੀ ਖਾਂਦੇ ਆ, ਉਹੀ ਸਬਜ਼ੀਆਂ ਅਸੀਂ ਖਾਂਦੇ ਆ। ਕੋਈ ਸਪੈਸ਼ਲ ਉਹਨਾਂ ਲਈ ਕੁਝ ਨਹੀਂ ਬਣ ਰਿਹਾ। ਪਰ ਇਹ ਆ ਕਿ ਉਹ ਪਤਾ ਨਹੀਂ ਕਿਸ ਗੱਲ ਤੋਂ ਉਹਨਾਂ ਨੇ ਚੁੱਪ ਧਾਰੀ ਹੋਈ। ਅਸੀਂ ਬਹੁਤ ਹੀ ਉਹਨਾਂ ਨੂੰ ਨਿੰਦਣਯੋਗ ਮੰਨਦੇ ਆ। ਇੰਨਾ ਹੀ ਮਾੜੀ ਸੋਚ ਉਹਨਾਂ ਵਿਧਾਇਕਾਂ ਦੀ ਆ। ਪਰ ਜਿਹੜੇ ਕੁਝ ਸਮਝ ਚੁੱਕੇ ਉਹ ਪ੍ਰੈਜ਼ੈਂਟ ਟਾਈਮ ਤੇ ਜਿਸ ਤਰ੍ਹਾਂ ਇਲੈਕਸ਼ਨ ਪੰਜਾਬ ਦੀ ਨਜ਼ਦੀਕ ਆ ਰਹੀ, ਉਹ ਆਪਣੀ BJP ਨੂੰ ਛੱਡ ਕੇ ਇਲੈਕਸ਼ਨਾਂ ਦੇ ਵਿੱਚ ਤਾਂ BJP ਕਹਿੰਦੀ ਅਸੀਂ ਪੰਜਾਬ ਦੀ 117 ਤੇ ਕਬਜ਼ਾ ਕਰਨਾ ਹੈ। ਇਲੈਕਸ਼ਨਾਂ ਦੇ ਵਿੱਚ ਪੰਜਾਬ ਦੀ ਜਨਤਾ ਸਾਡੇ ਨਾਲ। ਹਾਂਜੀ, ਕਿਸ ਤਰ੍ਹਾਂ ਕਰੇਗੀ? ਕੁਝ ਮੈਂਬਰ ਜਿਹੜੇ ਉਹਨਾਂ ਦੇ ਕਾਂਗਰਸ 'ਚ ਸ਼ਾਮਲ ਹੋ ਰਹੇ ਆ, ਕੁਝ ਅਕਾਲੀ ਦਲ 'ਚ ਸ਼ਾਮਲ ਹੋ ਰਹੇ ਆ, ਕੁਝ ਆਪ 'ਚ ਸ਼ਾਮਲ ਹੋ ਰਹੇ ਆ, BJP ਨੂੰ ਛੱਡ ਕੇ ਉਹਨਾਂ 'ਚ ਸ਼ਾਮਲ ਹੋ ਰਹੇ ਆ। ਇਸ ਤਰ੍ਹਾਂ ਉਹ ਜਿੱਤਣਗੇ। ਜਿੱਤ ਇਸ ਤਰ੍ਹਾਂ ਵੀ ਨਹੀਂ ਸਕਦੇ ਕਿਉਂਕਿ ਹੁਣ ਜਿੰਨੇ ਵੀ ਸਾਡੇ ਪੰਜਾਬ ਦੇ, ਜਿਨ੍ਹਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ, ਬਜ਼ੁਰਗਾਂ ਨੂੰ ਅਨਪੜ੍ਹ ਕਿਹਾ ਗਿਆ ਸੀ, ਉਹ ਅਨਪੜ੍ਹ ਉਹ ਵੀ ਨਹੀਂ ਰਹੇ। ਉਹ ਵੀ ਜਾਣ ਚੁੱਕੇ ਆ। ਉਹ ਸਭ ਦਾ ਵਿਰੋਧ ਕਰ ਰਹੇ ਆ। ਖਾਸ ਤੌਰ ਤੇ BJP ਦਾ ਹਰ ਇੱਕ ਜਿਸ ਵੀ ਪਿੰਡ ਜਾ ਰਿਹਾ ਉੱਥੇ ਹੀ ਵਿਰੋਧ ਹੋ ਰਿਹਾ। ਉਹਨਾਂ ਨੂੰ ਕਾਲੇ ਝੰਡੇ ਦਿਖਾਏ ਜਾ ਰਹੇ ਆ, ਪਿੰਡਾਂ 'ਚ ਵੜਨ ਨਹੀਂ ਦਿੱਤਾ ਜਾ ਰਿਹਾ। ਕਿਉਂਕਿ ਮੇਨ ਇਹੀ ਆ ਕਿ ਜਿਸ ਤਰ੍ਹਾਂ ਸਾਡੇ ਜਿਸ ਦਿਨ ਇਹ ਕਾਨੂੰਨ ਜੋ ਵੀ ਬਣੇ ਹੋਏ ਆ ਉਹ ਕਿਉਂ ਨਹੀਂ ਸਮਝ ਪਾ ਰਹੇ। ਕਿਉਂਕਿ ਮਹਿੰਗਾਈ ਇੰਨੀ ਹੋ ਗਈ। ਤੇਲ ਦਾ ਰੇਟ ਦੇਖੋ, ਦਾਲਾਂ ਦਾ ਰੇਟ ਦੇਖੋ, ਪੈਟਰੋਲ ਦਾ ਰੇਟ, ਗੈਸ ਦਾ ਰੇਟ ਕਿੱਥੋਂ ਤੱਕ ਪਹੁੰਚ ਚੁੱਕਿਆ। ਉਹਨਾਂ ਦੇ ਵੀ ਘਰ 'ਚ ਪਰਿਵਾਰ ਹੈਗੇ ਆ, ਉਹ ਵੀ ਗੈਸ ਵੀ ਵਰਤ ਰਹੇ ਆ, ਪੈਟਰੋਲ ਵੀ ਯੂਜ਼ ਕਰ ਰਹੇ ਆ। ਉਹਨਾਂ ਦੇ ਵੀ ਬੱਚੇ ਕਿਤੇ ਨਾ ਕਿਤੇ ਪੜ੍ਹਨ ਜਾਂਦੇ ਆ ਜਾਂ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਘਰ ਦੇ ਮੈਂਬਰ ਆ ਕਿਤੇ ਨਾ ਕਿਤੇ ਨੌਕਰੀਆਂ ਕਰਦੇ ਆ। ਸਾਰਾ ਪੈਟਰੋਲ ਵੀ ਯੂਜ਼ ਹੋ ਰਿਹਾ, ਡੀਜ਼ਲ ਵੀ ਯੂਜ਼ ਹੋ ਰਿਹਾ, ਗੈਸ ਵੀ ਯੂਜ਼ ਹੋ ਰਹੀ ਆ। ਉਹ ਕਿਉਂ ਨਹੀਂ ਸਮਝ ਪਾ ਰਹੇ? ਉਸੇ ਕਰਕੇ ਨਹੀਂ ਸਮਝ ਪਾ ਰਹੇ ਕਿਉਂਕਿ ਜੇ ਸਾਨੂੰ ਤਾਂ ਇਹੀ ਲੱਗ ਰਿਹਾ, ਹੁਣ ਮੇਨ ਮੁੱਦਾ ਇਹੀ ਲੱਗ ਰਿਹਾ ਕਿ ਜਿਹੜਾ 15 ਲੱਖ ਮੋਦੀ ਨੇ ਸਾਰੇ ਜਿੰਨੀ ਵੀ ਗਰੀਬ ਜਨਤਾ ਸੀ ਉਹਨਾਂ ਦੇ ਅਕਾਊਂਟਾਂ 'ਚ ਪਾਉਣ ਨੂੰ ਬੋਲੇ, ਸਾਨੂੰ ਲੱਗਦਾ ਕਿ ਉਹਨਾਂ ਜਿੰਨੇ ਵੀ BJP ਦੇ ਵਿਧਾਇਕ ਉਹਨਾਂ ਦੇ ਅਕਾਊਂਟਾਂ 'ਚ ਪਾ ਦਿੱਤਾ ਹੈ। ਉਹ 15 ਲੱਖ ਕਿੰਨੀ ਦੇਰ ਤੱਕ ਚੱਲੇਗਾ? ਲੇਕਿਨ ਜ਼ਿਆਦਾ ਦੇਰ ਤੱਕ ਤਾਂ ਪੈਸਾ ਤੇ ਇੱਧਰ ਦੇ ਆਇਆ ਤੇ ਇੱਧਰ ਦੀ ਗਿਆ। ਜ਼ਿਆਦਾ ਦੇਰ ਤੱਕ ਉਹਨਾਂ ਦੀਆਂ ਜੇਬਾਂ 'ਚ ਵੀ ਨਹੀਂ ਟਿਕਣ ਵਾਲਾ। ਅੰਤ ਉਹਨਾਂ ਨੂੰ ਵੀ ਇਹ ਦਿਨ ਦੇਖਣਾ ਪੈਣਗੇ। ਪਰ ਸਾਡੇ ਜਿੰਨੇ ਵੀ ਪੰਜਾਬ ਦੇ ਸਿੱਖ ਆ, ਜਿੰਨੇ ਵੀ ਪੰਜਾਬ ਦੀ ਜਨਤਾ ਹੈ, ਸਿੱਖਾਂ ਨੂੰ ਛੱਡ ਜਿੰਨੇ ਵੀ ਬਾਬਾ ਨਾਨਕ ਦੀ ਓਟ ਥੱਲੇ ਚੱਲ ਰਿਹਾ, ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਏਗੀ। ਭੁੱਖੇ ਮਰਨਗੇ। ਇਹਨਾਂ ਨੇ ਗੱਲਬਾਤ ਕੀਤੀ ਹੈ ਕਿ ਜਿਹੜੀ ਭਾਜਪਾ ਸਰਕਾਰ ਹੈ, ਬੇਸ਼ੱਕ ਉਹ ਕਹਿੰਦੀ ਹੈ ਕਿ ਅਸੀਂ ਪੰਜਾਬ ਦੇ ਵਿੱਚ 117 ਸੀਟਾਂ ਤੇ ਕਾਬਜ਼ ਹੋਵਾਂਗੇ, 117 ਸੀਟਾਂ ਤੇ ਜਿਹੜੀ ਜਿੱਤ ਹਾਸਲ ਕਰਾਂਗੇ। ਔਰ ਇਹਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਭਾਜਪਾ ਦੇ ਵੱਡੇ ਲੀਡਰ, ਕੁਝ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਰਹੇ ਨੇ, ਕੁਝ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਰਹੇ ਨੇ, ਪਰ ਕੁਝ ਅਜਿਹੇ ਵੀ ਲੀਡਰ ਨੇ ਜੋ ਆਪਣੀਆਂ ਪਾਰਟੀਆਂ ਛੱਡ ਕੇ ਭਾਜਪਾ ਦੇ ਵੱਲ ਜਾ ਰਹੇ ਨੇ, ਜਿਸ ਤਰ੍ਹਾਂ ਕਿ ਬਲਵੰਤ ਸਿੰਘ ਰਾਮੂਵਾਲੀਆ ਦੀ ਬੇਟੀ ਅਮਨਜੋਤ ਕੌਰ ਰਾਮੂਵਾਲੀਆ। ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਕਿ ਜਿਸ ਤਰੀਕੇ ਦੇ ਹਾਲਾਤ ਇਸ ਵੇਲੇ ਬਣੇ ਹੋਏ ਨੇ, ਜੋ ਸਥਿਤੀ ਇਸ ਵੇਲੇ ਭਾਜਪਾ ਦੀ ਬਣੀ ਹੋਈ ਹੈ, ਤੁਸੀਂ ਉਸ ਨਾਜ਼ੁਕ ਮੋੜ ਦੇ ਉੱਤੇ ਭਾਜਪਾ ਜੁਆਇਨ ਕੀਤੀ ਹੈ, ਤਾਂ ਉਹ ਕਹਿੰਦੇ ਨੇ ਕਿ ਮੈਂ ਕਿਸਾਨਾਂ ਤੇ ਭਾਜਪਾ ਸਰਕਾਰ ਦੇ ਵਿੱਚ ਜਿਹੜਾ ਹੈ ਇੱਕ ਪੁਲ ਦਾ ਕੰਮ ਕਰੂੰਗੀ, ਦੋਨਾਂ ਦੇ ਵਿੱਚ ਇੱਕ ਸੰਵਾਦ ਦਾ ਕੰਮ ਕਰੂੰਗੀ। ਮੋਦੀ ਜੀ ਦੀਆਂ ਨੀਤੀਆਂ ਬਹੁਤ ਵਧੀਆ ਨੇ, ਪਤਾ ਨਹੀਂ ਕਿਸਾਨਾਂ ਨੂੰ ਕਿਉਂ ਨਹੀਂ ਸਮਝ ਆਈ। ਉਹ ਤਾਂ ਕਿਸਾਨ ਬੇਵਕੂਫ ਥੋੜੀ ਆ ਜਿਹੜੇ 9 ਮਹੀਨੇ ਤੇ ਬੈਠੇ ਆ, ਹੈ ਨਾ। ਪਹਿਲੇ ਇਹ ਸਮਝਦੇ ਸੀ ਕਿ ਅਨਪੜ੍ਹ ਕਿਸਾਨ ਹੈ, ਇਹਨਾਂ ਨੂੰ ਕੋਈ ਸਮਝ ਨਹੀਂ, ਜਿੱਧਰ ਪਿੱਛੇ ਮਰਜ਼ੀ ਲਾ ਲਓ, ਹੈ ਨਾ। ਲੇਕਿਨ ਹੁਣ ਅੱਜ ਕੱਲ ਦਾ ਕਿਸਾਨ ਪੜ੍ਹਿਆ ਲਿਖਿਆ ਹੈ, ਉਹ ਸਭ ਜਾਣਦਾ ਹੈ
ਉਹ 9 ਮਹੀਨੇ ਤੋਂ ਐਵੇਂ ਨਹੀਂ ਇੰਨੀ ਠੰਡ 'ਚ ਬਾਰਿਸ਼ 'ਚ ਗਰਮੀ 'ਚ ਬੈਠੇ ਹੋਏ ਆ ਨਾ। ਇਹ ਤਾਂ ਦੋਗਲੇ ਇਨਸਾਨ ਹੈ। ਜਿਹੜਾ ਇਹਨਾਂ ਨੂੰ ਵਹਿਮ ਹੈ ਨਾ ਕਿ ਬੀਜੇਪੀ ਦੀ ਸਰਕਾਰ ਉਹ ਵਹਿਮ ਇਸ ਵਾਰ ਨਿਕਲ ਜਾਏਗਾ 2000। ਬਲਵੰਤ ਸਿੰਘ ਰਾਮੂਵਾਲੀਆ ਦੀ ਬੇਟੀ ਨੂੰ ਕੀ ਕਹਿਣਾ ਚਾਹੋਗੇ? ਉਹ ਤਾਂ ਕਹਿੰਦੇ ਮੈਂ ਪੁੱਲ ਦਾ ਕੰਮ ਕਰਨਾ ਹੈ, ਤੁਹਾਡੇ ਤੇ ਦੋਗਲੇ ਇਨਸਾਨ ਹੈ, ਕੁਝ ਨਹੀਂ ਕਰਨਾ। ਜੋ ਉਹਦੇ ਬਾਪ ਨੇ ਕੀਤਾ ਉਹੀ ਬੇਟੀ ਵੀ ਕਰੇਗੀ। ਇਹ ਤਾਂ ਉਹਨਾਂ ਦਾ ਵਹਿਮ ਹੈ। ਵੀ ਅਸੀਂ ਪਾਗਲ ਥੋੜੇ ਆ, ਸਾਡੇ ਹੌਸਲੇ ਕਾਇਮ ਹੈ, ਅਸੀਂ ਕਿਸਾਨਾਂ ਨਾਲ ਖੜੇ ਆ। ਸਾਨੂੰ ਵੀ 7 ਮਹੀਨੇ ਹੋ ਗਏ ਹੈ ਲੋਕਲ ਚੰਡੀਗੜ੍ਹ, ਲੇਕਿਨ ਸਾਡਾ ਪਿਛੋਕੜ ਤਾਂ ਕਿਸਾਨੀ ਨਾਲ ਹੀ ਹੈ। ਅਸੀਂ ਵੀ ਪਿੰਡਾਂ ਤੋਂ ਹੀ ਉੱਠ ਕੇ ਆਏ ਹੋਏ ਆ ਇੱਥੇ। ਕੋਈ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਖਾਤਰ ਆਇਆ, ਕੋਈ ਜੋਬ ਕਰਦਾ ਹੈ ਇੱਥੇ, ਲੇਕਿਨ ਅਜੇ ਵੀ ਕਾਫੀ ਹੈ ਇਦਾਂ ਦੇ ਇਨਸਾਨ ਜਿਹੜੇ ਬਾਹਰ ਹੀ ਨਹੀਂ ਨਿਕਲਦੇ। ਉਹਨਾਂ ਨੂੰ ਪਤਾ ਨਹੀਂ, ਸਮਝ ਨਹੀਂ ਆਉਂਦੀ, ਜਾਂ ਅੱਖਾਂ ਮੀਟ ਕੇ ਬੈਠੇ ਹੋਏ ਹੈ ਵੀ ਕੀ ਹੋ ਰਿਹਾ। ਜਿਹੜੀ ਮਹਿੰਗਾਈ ਦੀ ਸਭ ਤੋਂ ਜ਼ਿਆਦਾ ਮਾਰ ਹੈ ਨਾ, ਇਹ ਸ਼ਹਿਰੀ ਇਲਾਕੇ ਤੇ ਹੀ ਪੈ ਰਹੀ ਹੈ। ਕਿਸਾਨ ਤਾਂ ਫਿਰ ਵੀ ਆਪਣਾ ਘਰੇ ਉਗਾ ਲੇਗਾ, ਖਾ ਲੇਗਾ, ਲੇਕਿਨ ਅਸੀਂ ਤਾਂ ਸਾਰੀ ਇੱਥੇ ਤੱਕ ਹਵਾ ਪਾਣੀ ਸਭ ਮੁੱਲ ਦਾ ਹੀ ਸਾਡੇ ਕੋਲ ਤਾਂ ਮਿਲਦਾ ਹੈ। ਗੰਨੇ ਲੋਕਾਂ ਨੂੰ ਕਹਿੰਦੇ ਕਿ ਵੱਧ ਤੋਂ ਵੱਧ ਬਾਹਰ ਆਓ, ਕਿਸਾਨਾਂ ਦਾ ਸਾਥ ਦਿਓ। ਗੰਨੇ ਇਹ ਸਭ ਕੁਝ ਪ੍ਰਾਈਵੇਟ ਘਰਾਣਿਆਂ ਦੇ ਹੱਥ ਦੇਣਾ ਚਾਹੁੰਦੇ ਆ, ਜੋ ਕਿ ਅਬ ਹੁਣ ਨਹੀਂ ਹੋਏਗਾ। ਕੁਝ ਵੇਚ ਦਿੱਤਾ, ਇੱਕ ਕਿਸਾਨੀ ਰਹਿ ਗਈ ਆ ਵਿੱਚ, ਉਹ ਵੀ ਵੇਚ ਹੀ ਦਿੱਤੀ ਸੀ। ਜੇ ਕਿਸਾਨ ਨਾ ਉੱਠਦੇ ਹੋਰ ਤਾਂ ਕੁਝ ਬਚਿਆ ਨਹੀਂ ਹੈ। ਬਾਕੀ ਸੂਬਿਆਂ ਦੇ ਨਾਲੋਂ ਤੁਸੀਂ, ਜੇ ਆਪਾਂ ਪੰਜਾਬ ਦੀ ਕਿਸਾਨੀ ਦੀ ਗੱਲ ਕਰੀਏ ਤਾਂ ਬਾਕੀ ਸੂਬਿਆਂ ਦੇ ਨਾਲੋਂ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੀ ਕਿਸਾਨੀ ਖੁਸ਼ਹਾਲ ਹੈ? ਕਿਉਂਕਿ ਕਰਜ਼ੇ ਦਾ ਬੋਝ ਪੰਜਾਬ ਦੇ ਕਿਸਾਨਾਂ ਤੇ ਹੈ, ਖੁਦਕੁਸ਼ੀਆਂ ਲਗਾਤਾਰ ਹੋ ਰਹੀਆਂ ਨੇ, ਖਾਦ ਦੇ ਰੇਟ ਵੱਧ ਜਾਂਦੇ ਨੇ, ਡੀਜ਼ਲ ਦੇ ਰੇਟ ਵੱਧ ਜਾਂਦੇ ਨੇ, ਉਸ ਦੀ ਮਾਰ ਵੀ ਜਿਹੜੀ ਹੈ ਕਿਸਾਨਾਂ ਨੂੰ ਭੁਗਤਣੀ ਪੈਂਦੀ ਹੈ। ਬਾਕੀ ਜਿਹੜੇ ਸੂਬੇ ਨੇ ਕਿਤੇ ਨਾ ਕਿਤੇ ਲੱਗਦਾ ਹੈ ਵੀ ਉਹਨਾਂ ਨਾਲੋਂ ਖੁਸ਼ਹਾਲ ਹੈ, ਕਿਉਂਕਿ ਹਾਲਾਤ ਤਾਂ ਵੱਧ ਤੋਂ ਬੱਤਰ ਹੀ ਨੇ ਨਾ ਕਿਸਾਨਾਂ ਦੇ। ਭਾਵੇਂ ਬੱਤਰ ਹੈ, ਫਿਰ ਵੀ ਜ਼ਮੀਨਾਂ ਵਾਲੇ ਆ, ਨਾਲੇ ਜ਼ਮੀਰਾਂ ਵਾਲੇ ਵੀ ਹੈ, ਜ਼ਮੀਨਾਂ ਵਾਲੇ ਵੀ ਹੈ। ਕਿਉਂਕਿ ਜੇ ਤੁਸੀਂ ਦੇਖੋ ਤਾਂ 70% ਖੇਤੀ ਸਿਰਫ ਪੰਜਾਬ ਔਰ ਹਰਿਆਣਾ ਬੀਜ ਕੇ ਲੋਕਾਂ ਨੂੰ ਖਿਲਾ ਰਿਹਾ ਹੈ। ਦੂਜਿਆਂ ਦੇਸ਼ਾਂ, ਦੂਜੇ ਮੁਲਕਾਂ ਨੂੰ ਵੀ ਆਪਣਾ ਹਰਿਆਣਾ ਤੇ ਪੰਜਾਬ ਹੀ ਪਾਲਦਾ ਹੈ। ਹੋਰਨਾਂ 'ਚ ਇੰਨੀ ਖੇਤੀ ਨਹੀਂ ਹੈ ਜਿੰਨੀ ਇੱਥੇ ਹੁੰਦੀ ਹੈ। ਕਿਉਂਕਿ ਕਿਸਾਨ ਪੰਜਾਬ ਦਾ ਹੀ ਪਹਿਲਾਂ ਸਮਝਿਆ, ਕਿਉਂਕਿ ਇਹਨਾਂ ਨੂੰ ਪਤਾ ਸੀਗਾ, ਕਿਉਂਕਿ ਸਾਰਾ ਕੁਝ ਤੇ ਪ੍ਰਾਈਵੇਟ ਹੋ ਗਿਆ, ਵੇਚ ਦਿੱਤਾ ਮੋਦੀ ਨੇ। ਇਹ ਵੀ ਵੇਚਦੀ ਸੀ ਖੇਤੀ ਵੀ, ਜੇ ਨਾ ਆਉਂਦੇ ਸਾਹਮਣੇ ਤੇ ਵੇਚ ਹੀ ਦਿੱਤੀ ਸੀ, ਫਿਰ ਤੇ ਇਹ ਵੀ ਨਹੀਂ ਸੀ ਰਹਿਣੀ, ਸਾਰਿਆਂ ਨੇ ਭੁੱਖੇ ਹੀ ਮਰਨਾ ਸੀ। ਦੇਖੋ ਕਿੰਨਾ ਬੰਗਲਾਦੇਸ਼ ਨਾਲੋਂ ਵੀ ਮਾੜਾ ਹਾਲ ਆਪਣੇ ਮੁਲਕ ਦਾ ਹੋ ਗਿਆ ਹੈ। ਜਿਹਨੂੰ ਸੋਨੇ ਦੀ ਚਿੜੀ ਕਹਿੰਦੇ ਸੀ, ਉਹ ਨਰਕ ਦੀ ਚਿੜੀ ਬਣ ਗਿਆ ਵਾ। ਆਪਾਂ ਕੁਝ ਨਹੀਂ ਕਰ ਸਕੇ। ਘੱਟ ਤੋਂ ਘੱਟ ਆਪਾਂ ਆਪਣੇ ਵੱਡਿਆਂ ਨੂੰ ਤੇ ਬਚਾ ਲਈਏ, ਜਿਨ੍ਹਾਂ ਜ਼ਮੀਨਾਂ 'ਚੋਂ ਅਸੀਂ ਖਾਣਾ ਹੈ ਉਹਨੂੰ ਤਾਂ ਬਚਾ ਲਈਏ। ਜੇ ਉਹ ਵੀ ਨਾ ਰਹੀ ਤੇ ਕੀ ਕਰਾਂਗੇ? ਕੋਈ ਵੀ ਨਹੀਂ। ਹੁਣ ਅਸੀਂ ਤੇ ਚਲੋ ਨੌਕਰੀਆਂ ਵਾਲੇ ਸੀ, ਅਸੀਂ ਆਪਣੇ ਆਪ ਨੂੰ ਬਚਾ ਲਿਆ। ਅੱਗੇ ਬੱਚਿਆਂ ਵਾਸਤੇ ਤੇ ਨੌਕਰੀ ਵੀ ਹੈ ਨਹੀਂ ਹੈ। ਵਾਪਸ ਤੇ ਅਸੀਂ ਆਪਣੇ ਖੇਤਾਂ 'ਚ ਹੀ ਜਾਣਾ ਹੈ। ਇੱਥੇ ਰਹਿ ਕੇ ਕੀ ਕਰਾਂਗੇ? ਜਦੋਂ ਰਿਟਾਇਰ ਹੋ ਕੇ ਕੀ ਕਰਾਂਗੇ? ਕੁਝ ਹੈ ਤਾਂ ਹੈ ਨਹੀਂ ਜਿਹੜਾ ਅਸੀਂ ਖਾ ਲਾਂਗੇ। ਘੱਟ ਤੋਂ ਘੱਟ ਵਾਪਸ ਤੇ ਜਾਵਾਂਗੇ ਹੀ, ਆਪਣੀ ਜ਼ਮੀਨਾਂ ਤੇ ਹੀ ਜਾਵਾਂਗੇ, ਜ਼ਮੀਨਾਂ 'ਚ ਹੀ ਖਾਵਾਂਗੇ। ਕੋਈ ਐਨੇ ਅਸੀਂ ਹੈ ਵੀ ਨਹੀਂ ਕਿ ਬੱਚਿਆਂ ਨੂੰ ਕਿਤੇ ਵੱਡੇ ਬਿਜ਼ਨਸ ਜਾਂ ਕੁਝ ਖੋਲ੍ਹ ਦਈਏ। ਹੁਣ ਤਾਂ ਉਹ ਵੀ ਆਪਸ਼ਨ ਨਹੀਂ ਰਹਿ ਗਿਆ, ਕਿਉਂਕਿ ਸਾਰਾ ਕੁਝ ਇਹਨਾਂ ਨੇ ਅਬਾਨੀ ਅਡਾਨੀ ਦੇ ਹੱਥ ਵਿੱਚ ਦੇ ਦਿੱਤਾ। ਮੋਦੀ ਦਾ ਪ੍ਰਾਈਵੇਟਲਾਈਜੇਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ, ਬਾਰ-ਬਾਰ ਤੁਸੀਂ ਜ਼ਿਕਰ ਕਰ ਰਹੇ ਹੋ ਅੰਬਾਨੀ ਅਡਾਨੀ ਔਰ ਪ੍ਰਾਈਵੇਟ ਘਰਾਣਿਆਂ ਨੂੰ ਜਿਹੜਾ ਸਾਰਾ ਕੁਝ ਸੌਂਪਣ ਜਾ ਰਿਹਾ, ਪਰ ਕੁਝ ਜਦੋਂ ਆਗੂਆਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਹ ਕਹਿੰਦੇ ਨੇ ਕਿ ਲੋਕੀ ਸਰਕਾਰੀ ਚੀਜ਼ਾਂ ਤੇ ਜ਼ਿਆਦਾ ਪ੍ਰਾਈਵੇਟ ਤੇ ਭਰੋਸਾ ਕਰਦੇ ਨੇ। ਈਵਨ ਕਿ ਇਲਾਜ ਕਰਵਾਉਣ ਵੀ ਪ੍ਰਾਈਵੇਟ ਹਸਪਤਾਲਾਂ 'ਚ ਜਾਂਦੇ ਨੇ, ਕਿਉਂਕਿ ਪ੍ਰਾਈਵੇਟ ਹਸਪਤਾਲਾਂ 'ਚ ਸਰਕਾਰੀ ਨਾਲੋਂ ਵੱਧ ਸਹੂਲਤਾਂ ਨੇ। ਫਿਰ ਪ੍ਰਾਈਵੇਟਲਾਈਜੇਸ਼ਨ 'ਚ ਕੀ ਪ੍ਰੋਬਲਮ? ਉਹ ਤੁਸੀਂ ਇਹੀ ਦੇਖੋ, ਜਿਹਦੇ ਕੋਲ 4 ਪੈਸੇ ਉਹੀ ਪ੍ਰਾਈਵੇਟ ਜਾਏਗਾ। ਗਰੀਬ ਸਾਰਾ ਪੀਜੀਆਈ ਦੇ ਵਿੱਚ ਪੈਰ ਰੱਖਣ ਵਾਸਤੇ ਵੀ ਥਾਂ ਨਹੀਂ ਹੁੰਦਾ। ਸਰਕਾਰੀ ਕਰਕੇ ਨਾ, ਜੇ 16 ਹਸਪੀਟਲ ਹੈ, 32 ਹਸਪੀਟਲ ਸਰਕਾਰੀ ਕਰਕੇ ਲੋਕ ਜਾਂਦੇ ਆ ਨਾ। ਪ੍ਰਾਈਵੇਟ 'ਚ ਦੇਖੋ ਬੈੱਡ ਖਾਲੀ, ਕਮਰੇ ਖਾਲੀ, ਹਸਪੀਟਲ ਖਾਲੀ, ਕੋਈ ਉੱਥੇ ਉਹੀ ਪੈਸੇ ਵਾਲਾ ਹੀ ਜਾਂਦਾ ਵਾ। ਆਪਣੇ ਕੀ ਤੁਸੀਂ ਪੈਸੇ ਦਾ ਕਹਿ ਰਹੇ ਹੋ ਕਿ ਪੈਸੇ ਵਾਲਾ ਜਾਂਦਾ ਹੈ, ਯਾਨੀ ਕਿ ਜਿਹਦੇ ਕੋਲ ਬਹੁਤ ਜ਼ਿਆਦਾ ਮੋਟਾ ਪੈਸਾ ਹੈ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਸਿਰਫ ਉਹੀ ਕਰਾ ਸਕਦਾ ਹੈ? ਹੁਣ ਹਾਰੀ ਸਾਰੀ ਆਪਣੇ ਵਰਗੇ ਥੋੜੀ, ਜਿਹੜਾ ਇੱਕ ਬੰਦਾ ਕਮਾਏਗਾ 6-6 ਬੰਦੇ ਖਾ ਰਹੇ ਆ, ਉਹ ਤਾਂ ਜਾ ਨਹੀਂ ਸਕਾਂਗੇ। ਪ੍ਰਾਈਵੇਟ 'ਚ ਜਾ ਕੇ ਬਰਬਾਦੀ ਹੈ। ਫਿਰ ਅਸੀਂ ਖਾਵਾਂਗੇ ਕਿੱਥੋਂ ਜੇ ਪ੍ਰਾਈਵੇਟ ਡਾਕਟਰਾਂ ਨੂੰ ਹੀ ਦੇ ਦਾਂਗੇ? ਅਸੀਂ ਤਾਂ ਸਰਕਾਰੀ ਵੱਲ ਹੀ ਜਾਣਾ ਹੈ। ਇਸ ਕਰਕੇ ਸਾਡਾ ਇਹ ਹੀ ਲਕਸ਼ ਹੈ ਕਿ ਅਸੀਂ ਸਰਕਾਰੀ ਜੋ ਵੀ ਬਚਿਆ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੀਏ। ਭਾਵੇਂ ਕੁਝ ਵੀ ਕਰੀਏ, ਸਾਨੂੰ ਡੰਡੇ ਵੀ ਮਾਰੇ ਪੁਲਿਸ ਨੇ, ਗੋਲੀਆਂ ਵੀ ਮਾਰ ਲੈਣ, ਘੱਟ ਤੋਂ ਘੱਟ ਜੋ ਮਰਜ਼ੀ ਕਰ ਲੈਣ, ਪਰ ਯਾਨੀ ਕਿ ਤੁਸੀਂ ਡੰਡੇ ਖਾਦੇ ਨੇ, ਪੁਲਿਸ ਦੇ ਡੰਡੇ ਖਾਦੇ ਨੇ ਜਦੋਂ ਦੇ ਸੰਘਰਸ਼ ਵਿੱਚ? ਹਾਂ ਸਭ ਕੁਝ, ਹਾਂ ਹੱਡੀਆਂ ਵੀ ਟੁੱਟੀਆਂ ਨੇ, ਮਾਸ ਵੀ ਪਾਟੇ ਨੇ, ਬਹੁਤ ਕੁਝ ਹੋਇਆ ਸਾਡੇ ਨਾਲ। ਹੁਣ ਤੇ ਬਸ ਸਾਡੇ ਵਿਚਾਰੇ ਵੀਰਾਂ ਨਾਲ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ, ਜਦ ਕਿ ਬੀਜੇਪੀ ਦੇ ਗੁੰਡੇ ਸੀ ਜਿਨ੍ਹਾਂ ਨੇ ਉੱਥੇ ਪੱਥਰ ਚਲਾਏ। ਅਸੀਂ ਤੇ ਸਿਰਫ ਖਾਲੀ ਹੱਥ ਜਾਂ ਸਾਡੇ ਕੋਲ ਝੰਡੇ ਸੀ, ਮਤਲਬ ਪੱਥਰ ਉਹਨਾਂ ਨੇ ਚਲਾਏ ਔਰ ਮਿੰਟੋ ਮਿੰਟ ਹੀ ਸਾਡੇ ਅੰਦਰ ਕਰਦੇ ਬੰਦੇ। ਹੁਣ ਦੇਖੋ ਹੁਣ ਹੋਇਆ 28 ਸੈਕਟਰ 'ਚ ਸਾਡੀ ਭੈਣ ਨਾਲ ਹੀ, ਕਿ ਇਕੱਲੀ ਭੈਣ ਸੀ, ਉਹ ਸਿਰਫ ਆਪਣਾ ਵਿਰੋਧ ਜਤਾ ਰਹੇ ਸੀ ਝੰਡੇ ਕਾਲੇ ਦਿਖਾ ਕੇ, ਜਦ ਕਿ ਉਹਨਾਂ ਨਾਲ ਡੰਡੇ ਵੀ ਨਹੀਂ ਸੀ, ਇਕੱਲੀਆਂ ਝੰਡੀਆਂ ਸੀ। ਉਹ ਸਾਡਾ ਹੱਕ ਹੈ। ਉਹ ਵੀ ਦੇਖ ਲਓ ਸਾਡੇ 4-5 ਵੀਰ ਸੀ, ਉਹਨਾਂ ਦੇ ਮੂੰਹ ਬੰਦ ਕੀਤੇ ਜਾ ਰਹੇ ਹੈ।
ਫਿਰ ਉਹਨਾਂ ਨੂੰ ਦੇਖ ਲਓ, ਇੱਕ ਲੇਡੀਜ਼ ਨੂੰ ਕਿੰਨੇ ਜਣਿਆਂ ਨੇ ਘੇਰ ਰੱਖਿਆ ਉੱਥੇ। ਇਹ ਔਕਾਤ ਆਪਣੀ ਦਿਖਾ ਰਹੇ ਆ ਬੀਜੇਪੀ ਵਾਲਿਆਂ ਦਾ। ਕਹਿੰਦੇ ਆ ਕਿ ਜੇ ਅਸੀਂ ਲਾਠੀ ਚਾਰਜ ਕਰਦੇ ਆ ਜਾਂ ਪੱਥਰਬਾਜ਼ੀ ਕਰਦੇ ਆ ਤਾਂ ਕਿਸਾਨ ਸਾਨੂੰ ਮਜਬੂਰ ਕਰਦੇ ਨੇ, ਕਿਉਂਕਿ ਬਹੁਤ ਗੰਦੀਆਂ ਗਾਲਾਂ ਸਾਨੂੰ ਦਿੱਤੀਆਂ ਜਾਂਦੀਆਂ ਨੇ, ਬੜੀ ਭੱਦੀ ਨਾਅਰੇਬਾਜ਼ੀ ਸਾਡੇ ਲਈ ਕੀਤੀ ਜਾਂਦੀ ਹੈ। ਬੀਜੇਪੀ ਵਾਲਿਆਂ ਨੇ ਕਿੰਨਾ ਕੁਝ ਕੀਤਾ, ਪੁਲਿਸ ਨੇ ਕੁਝ ਨਹੀਂ ਕੀਤਾ ਹਨਾ। ਸਾਡੇ ਜਿਹੜੇ ਸੀਗੇ ਬੁਲਾਰੇ ਉਹਨਾਂ ਦੇ ਮੂੰਹ ਬੰਦ ਕਰਤੇ, ਉਹਨਾਂ ਨੂੰ ਕੀ ਕੁਝ ਕੀਤਾ। ਸਾਡੇ ਜਿਹੜੇ ਕਿਸਾਨ ਸੀ, ਜਿਹੜੇ ਵਿਚਾਰੇ ਜਿਨ੍ਹਾਂ ਨੇ ਕੁਝ ਕੀਤਾ ਵੀ ਨਹੀਂ ਸੀ, ਸਾਡੇ ਬੱਚਿਆਂ ਦੀਆਂ ਲੱਤਾਂ ਤੇ ਡਾਂਗਾ ਮਾਰ ਮਾਰ ਕੇ ਕੀ ਹਾਲ ਬਣਾਤਾ, ਉਹਨਾਂ ਨੂੰ ਤਾਂ ਅਰੈਸਟ ਵੀ ਨਹੀਂ ਕੀਤਾ। ਜਿਨ੍ਹਾਂ ਨੇ ਵਾਲ ਖਿੱਚੇ ਇੱਕ ਕੁੜੀ ਦੇ, ਮੇਰਾ ਪਿਓ ਵੀ ਜ਼ਮੀਨ ਵਾਲਾ ਹੈ, ਮੇਰਾ ਸਹੁਰਾ ਵੀ ਜ਼ਮੀਨ ਵਾਲਾ ਹੈ, ਮੈਂ ਜ਼ਮੀਨ ਵੀ ਬਚਾਉਣ ਵਾਸਤੇ ਖੜੀ ਹਾਂ। ਭਾਵੇਂ ਅਸੀਂ ਨੌਕਰੀਆਂ ਵਾਲੇ ਹਾਂ, ਘੱਟ ਤੋਂ ਘੱਟ ਜ਼ਮੀਨ ਬਚਾਉਣ ਵਾਸਤੇ ਪਿਛਲਿਆਂ ਦੀ ਖੜੇ ਹਾਂ, ਅਸੀਂ ਸੜਕਾਂ ਤੇ ਖੜੇ ਹਾਂ। ਕਿਸਾਨਾਂ ਦਾ ਹੀ ਉਗਾਇਆ ਹੋਇਆ ਹੈ ਨਾ, ਖਾਂਦੇ ਤਾਂ ਕਿਸਾਨਾਂ ਦਾ ਹੀ ਹੈ। ਗੰਨੇ ਦੀਆਂ ਕੀਮਤਾਂ ਦੀ ਗੱਲ ਕਰ ਲਈਏ, ਪੰਜਾਬ ਸਰਕਾਰ ਨੇ ਗੰਨੇ ਦੀ ਕੀਮਤਾਂ 'ਚ ਵਾਧਾ ਕੀਤਾ ਤੇ ਉਸ ਤੋਂ ਦੂਜੇ ਦਿਨ ਕੇਂਦਰ ਸਰਕਾਰ, ਕੇਂਦਰੀ ਮੰਤਰੀ ਪਿਊਸ਼ ਗੋਇਲ ਦਾ ਵੀ ਬਿਆਨ ਆ ਜਾਂਦਾ ਹੈ ਜੀ ਗੰਨੇ ਦੀਆਂ ਕੀਮਤਾਂ ਵੱਧ ਰਹੀਆਂ ਨੇ, ਹੁਣ ਅਸੀਂ ਮਿਠਾਸ ਭਰੀ ਹੈ ਗੰਨੇ ਦੇ ਰਾਹੀਂ, ਹੁਣ ਕਿਸਾਨ ਵੀ ਮਿਠਾਸ ਦੇ ਨਾਲ ਸਾਡੇ ਨਾਲ ਗੱਲਬਾਤ। ਹੁਣ ਇੱਕ ਗੰਨੇ ਦੀ ਰੇਟ ਵਧਾਉਣ ਨਾਲ ਥੋੜੀ ਨਾ ਗੱਲ ਬਣ ਜੇਗੀ, ਉਹ ਤੇ ਸਭ ਕੁਝ ਇਹਨਾਂ ਨੂੰ ਸਹੀ ਕਰਨਾ ਪੈਣਾ ਹੈ। ਹਾਂ ਉਹ ਤੇ ਜੋ ਵੀ ਇਹ ਦੇਖੋ, ਅੱਜ ਦੇਖੋ ਇਹ ਨਹੀਂ ਕਿ ਕਿਸਾਨ ਹੀ ਹੈ ਲੱਗ ਰਹੇ ਉਹਨਾਂ ਨੂੰ ਵੀ ਗਲਤ ਹੈ ਬੈਠੇ। ਹੁਣ ਅਧਿਆਪਕ ਹੈ ਉਹ ਰੋਡ ਤੇ ਹੈ, ਡਾਕਟਰ ਹੈ ਉਹ ਰੋਡ ਤੇ ਹੈ, ਕਿਹੜਾ ਨਹੀਂ ਹੈ ਜਿਹੜਾ ਰੋਡ ਤੇ ਨਹੀਂ ਹੈ। ਉਹ ਪਾਗਲ ਥੋੜੀ ਨੇ ਕਿ ਜਿਹੜਾ ਰੋਡ ਤੇ ਆ ਕੇ ਬੈਠੇ, ਜਦੋਂ ਉਹਨਾਂ ਦੀਆਂ ਮੰਗਾਂ ਹੀ ਪੂਰੀਆਂ ਨਹੀਂ ਕਰ ਰਹੀ ਸਰਕਾਰ, ਤਾਂ ਹੀ ਬੈਠੇ ਸਭ। ਸੋ ਔਰਤਾਂ ਵੀ ਵੱਧ ਚੜ੍ਹ ਕੇ ਹਿੱਸਾ ਇਸ ਅੰਦੋਲਨ ਦੇ ਵਿੱਚ ਲੈ ਰਹੀਆਂ ਨੇ ਔਰ ਵੱਖ-ਵੱਖ ਵਿਚਾਰਧਾਰਾਵਾਂ ਤੁਸੀਂ ਸੁਣੀਆਂ ਨੇ, ਕਿਉਂਕਿ ਜਿਸ ਔਰਤ ਨੂੰ ਘਰ ਦੀ ਚਾਰ ਦੀਵਾਰੀ ਦੇ ਅੰਦਰ ਮੰਨਿਆ ਜਾਂਦਾ ਸੀ, ਇੱਕ ਧਾਰਨਾ ਬਣੀ ਹੋਈ ਹੈ ਕਿ ਘਰ ਦੀ ਚਾਰ ਦੀਵਾਰੀ ਜਿਹੜੀ ਹੈ ਉਸ ਦੇ ਅੰਦਰ ਔਰਤ ਦੀ ਜਿਹੜੀ ਸੀਮਾ ਹੈ ਉਹ ਤੈਅ ਕਰ ਦਿੱਤੀ ਗਈ ਹੈ। ਪਰ ਅੱਜ ਦੀ ਔਰਤ ਜਿਹੜੀ ਆ ਆਪਣੇ ਹੱਕ ਲੈਣ ਲਈ ਵੀ ਬਰਾਬਰ ਸੜਕਾਂ ਤੇ ਉਤਰੀ ਹੈ ਔਰ ਕਿਸਾਨੀ ਸੰਘਰਸ਼ ਦੇ ਵਿੱਚ ਤੁਸੀਂ ਇਹ ਉਦਾਹਰਨ ਜਿਹੜੀ ਹੈ ਬਾਖੂਬੀ ਵੇਖ ਚੁੱਕੇ ਹੋ। ਹੋਰ ਵੀ ਸਾਡੇ ਨਾਲ ਮੌਜੂਦ ਨੇ। ਮਾਤਾ ਜੀ ਕਿੱਥੋਂ ਆਏ ਹੋ? ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਦੇ ਜਥੇ ਥੱਲੇ ਵੱਡਾ ਕਾਫਲਾ ਲੈ ਕੇ ਆਈ ਹਾਂ। ਮੇਰਾ ਨਾਮ ਜਸਵਿੰਦਰ ਕੌਰ, ਬਹਿਲਾਣਾ ਪਿੰਡ ਹੈ ਸਾਡਾ, ਚੰਡੀਗੜ੍ਹ ਦੇ ਪਿੰਡਾਂ ਦੀ ਵਾਸੀ ਹਾਂ। ਚੰਡੀਗੜ੍ਹ ਦੇ ਪਿੰਡਾਂ ਦੇ ਵਾਸੀ ਮਤਲਬ ਇਹ ਦੇਖੋ, ਸਾਡੇ ਨਾ ਪਹਿਲੋਂ ਜਿਹੜਾ ਇਹ ਚੰਡੀਗੜ੍ਹ ਬਸਿਆ, ਇਹ ਸਾਰੇ ਪੰਜਾਬ ਦੇ ਪਿੰਡਾਂ ਦੇ ਜ਼ਮੀਨਾਂ ਲੈ ਕੇ ਬਸਾਇਆ ਸੀ। ਪਰ ਅੱਜ ਤਰਾਸਦੀ ਇਹ ਹੈ, ਜਿਹੜੇ ਉੱਥੋਂ ਦੇ ਬਸਿੰਦੇ ਸੀ ਉਹਨਾਂ ਦਾ ਤਾਂ ਵਿਚਾਰਿਆਂ ਦਾ ਇੱਥੇ ਨਾਮੋ ਨਿਸ਼ਾਨ ਵੀ ਨਹੀਂ। ਸਾਡੇ 23 ਪਿੰਡ ਬਚੇ ਆ, 23 ਪਿੰਡਾਂ ਦਾ ਅਜੇ ਨਾਮ ਚੱਲ ਰਿਹਾ ਹੈ। ਉਸ ਦੇ ਵਿੱਚੋਂ ਵੀ ਸਾਡੇ 13 ਪਿੰਡ ਬਚੇ ਸੀ ਜਿਨ੍ਹਾਂ ਦੀਆਂ 2-3 ਸਾਲ ਤੋਂ ਪੰਚਾਇਤਾਂ ਸਾਡੀਆਂ ਤੋੜ ਕੇ ਉਹਨਾਂ ਨੂੰ ਵੀ ਦਸੰਬਰ 'ਚ ਜਿਹੜਾ MC ਦਾ ਇਲੈਕਸ਼ਨ ਆਉਣਾ ਉਹ 'ਚ ਰਲਾ ਲਿਆ ਗਿਆ। ਪਰ ਸਹੂਲਤ ਸਾਨੂੰ ਕੋਈ ਵੀ ਨਹੀਂ। ਤਾਂ ਮੈਂ ਕਹਿ ਰਹੀ ਹਾਂ ਕਿ ਮੈਂ ਪਿੰਡ ਦੀ, ਚੰਡੀਗੜ੍ਹ ਪਿੰਡ ਦੀ ਵਾਸੀ ਹਾਂ। ਸਾਨੂੰ ਸਭ ਤੋਂ ਜ਼ਿਆਦਾ ਦਰਦ ਜ਼ਮੀਨ ਹੰਢਾਉਣ ਦਾ ਸਾਨੂੰ ਪਤਾ ਹੈ। ਯਾਨੀ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜਿਹੜੀ ਆ ਉਹ ਪਿੰਡਾਂ ਦੀ ਹਿੱਕ ਪਾੜ ਕੇ ਜਿਹੜੀ ਨਿਕਲੀ ਆ ਉਸ ਦੇ ਵਿੱਚੋਂ ਪੰਜਾਬ ਦੀ ਰਾਜਧਾਨੀ ਬਣਾਈ ਗਈ ਆ। ਤੁਸੀਂ ਉਹਨਾਂ ਪਿੰਡਾਂ ਦੇ ਵਸਨੀਕ? ਬਿਲਕੁਲ ਜੀ, ਮੌਜੂਦਾ ਪਿੰਡ ਹੈ, ਹੁਣ ਵੀ ਅਜੇ ਵੀ ਸਾਡੇ ਪਿੰਡ ਹੈ, ਪਰ ਸਾਡੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਖੋਹ ਲਈਆਂ ਗਈਆਂ ਸੀ। ਜਦੋਂ ਜ਼ਮੀਨਾਂ ਦੀ ਡੀਲ ਹੋਈ ਹੈ ਉਸ ਵੇਲੇ ਸਰਕਾਰਾਂ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ? ਕਿਉਂਕਿ ਤੁਹਾਨੂੰ ਤੁਸੀਂ ਕਹਿ ਰਹੇ ਹੋ ਕਿ ਕੁਝ ਨਹੀਂ ਮਿਲਿਆ, ਜ਼ਮੀਨਾਂ ਦਾ ਮੁੱਲ ਵੀ ਨਹੀਂ ਮਿਲਿਆ, ਐਡੀ ਵੱਡੀ ਰਾਜਧਾਨੀ ਜਿਹੜੀ ਉਹ ਉਸਾਰ ਦਿੱਤੀ ਗਈ ਹੈ ਪੰਜਾਬ ਦੀ, ਪਰ ਪਿੰਡ ਉਜਾੜ ਦਿੱਤੇ ਗਏ, ਜ਼ਮੀਨਾਂ ਵਿਸਰ ਗਈਆਂ। ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ? ਕਿਉਂ ਨਹੀਂ ਬਰਾਬਰ ਹੱਕ ਮਿਲ ਸਕੇ? ਸਰਕਾਰ ਨੂੰ ਜ਼ਿੰਮੇਵਾਰ ਮੰਨਦੇ ਹਾਂ, ਕਿਉਂਕਿ ਉਸ ਟਾਈਮ ਕਿਹਾ ਗਿਆ ਸੀ ਕਿ ਇਹ ਪੰਜਾਬ ਦੀ ਰਾਜਧਾਨੀ ਹੈ। ਮੈਂ ਤਾਂ ਪੰਜਾਬ ਸਰਕਾਰ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਪੁੱਛਣਾ ਚਾਹੁੰਦੀ ਹਾਂ ਕੀ ਗੱਲ ਸਾਡੀ ਸਾਰ ਕਿਉਂ ਨਹੀਂ ਲੈ ਰਹੇ? ਅੱਜ ਹੁਣ ਇੱਕ ਗੱਲ ਸਾਨੂੰ ਇਹ ਵੀ ਪਤਾ ਲੱਗ ਰਹੀ ਹੈ, ਜਿਹੜਾ ਪੰਜਾਬ ਦਾ ਰਾਜਪਾਲ ਹੈ ਉਹ 22 ਤਰੀਕ ਨੂੰ ਉਹਨਾਂ ਦੀ ਰਿਟਾਇਰਮੈਂਟ ਹੋ ਗਈ। ਸਾਡਾ ਚੰਡੀਗੜ੍ਹ ਦਾ ਪ੍ਰਸ਼ਾਸਕ ਵੀ ਅਲੱਗ ਲੱਗ ਰਿਹਾ ਹੈ। ਇਸ ਦੇ ਲਈ ਵੀ ਕਿਉਂ ਨਹੀਂ ਪੰਜਾਬ ਦੇ ਮਿਨਿਸਟਰ ਪੁੱਛ ਰਹੇ? ਉਹ ਆਪਣੀਆਂ ਸਿਰਫ ਰੋਟੀਆਂ ਸੇਕਣ ਲਈ ਆਪਣੀਆਂ ਪਾਰਟੀਆਂ ਦੇ ਮਗਰ ਭੱਜੇ ਫਿਰ ਰਹੇ ਆ। ਸਾਡੀ ਸਾਰ ਕੋਈ ਨਹੀਂ ਲੈ ਰਿਹਾ। ਅਸੀਂ ਸਾਡੀਆਂ ਜ਼ਮੀਨਾਂ ਪੰਜਾਬ ਹਰਿਆਣੇ 'ਚ ਅਸੀਂ ਲਿੱਤੀਆਂ ਹੋਈਆਂ। ਅਸੀਂ ਆਪਣੇ ਵੀਰਾਂ ਨਾਲ, ਪੰਜਾਬ ਹਰਿਆਣੇ ਨਾਲ ਫੇਰ ਵੀ ਡਟ ਕੇ ਖੜ੍ਹੇ ਹਾਂ। ਪੰਜਾਬ ਸਾਡਾ ਹੈ, ਅਸੀਂ ਪੰਜਾਬ ਨੂੰ ਚਾਹੁੰਦੇ ਹਾਂ ਕਿ ਉਹ ਵੀ ਸਾਡੇ ਉੱਪਰ ਆਪਣਾ ਦਾਅਵਾ ਕਰੇ। ਹਰਿਆਣਾ ਵੀ ਸਾਡਾ ਪੰਜਾਬ ਅੱਗੇ ਆਇਆ, ਹਰਿਆਣਾ ਸਾਡਾ ਵੱਡਾ ਭਾਈ ਬਣ ਕੇ ਬਾਕੀ ਸਾਰੇ ਸਟੇਟਸ ਜੁੜ ਗਏ ਆ। ਉਸ ਤੋਂ ਬਾਅਦ ਸਾਡਾ ਇਹ ਇੰਟਰਨੈਸ਼ਨਲ ਲੈਵਲ ਤੇ ਪੂਰਾ ਵੱਡਾ ਅੰਦੋਲਨ ਬਣ ਗਿਆ। ਅਸੀਂ ਆਪਣੇ ਹੱਕ ਲੈ ਕੇ ਰਹਾਂਗੇ ਜਦੋਂ ਤੱਕ ਇਹ ਅੰਦੋਲਨ ਹੈ। ਤੁਸੀਂ ਦੇਖਿਆ ਮਟਕਾ ਚੌਂਕ ਦਾ ਨਾਮ ਸਾਡੇ ਬਾਬਾ ਜੀ ਬੈਠੇ ਆ ਜਦੋਂ ਤੋਂ, ਉਹਨਾਂ ਦੇ ਨਾਮ ਤੇ ਹੀ ਹੋ ਗਿਆ ਹੈ ਮਸ਼ਹੂਰ। ਅਸੀਂ ਆਪਣੇ ਹੱਕਾਂ ਲਈ ਲੜਦੇ ਰਵਾਂਗੇ। ਅੱਜ ਦੇਖੋ ਕਿੱਡਾ ਭਾਰੀ ਇਕੱਠ ਹੈ। ਇਹ ਚੰਡੀਗੜ੍ਹ ਵਾਸੀਆਂ, ਚੰਡੀਗੜ੍ਹੀਆਂ ਨੂੰ ਤਾਂ ਹਮੇਸ਼ਾ ਪੱਥਰਾਂ ਦੇ ਕਿਹਾ ਜਾਂਦਾ ਹੈ, ਪਰ ਤੁਸੀਂ ਦੇਖੋ ਅੱਜ ਪੱਥਰ ਵੀ ਬੋਲਣ ਲੱਗ ਗਏ ਆ ਸਾਰੇ। ਸਾਡੇ ਹੁਣੇ ਭੈਣ ਦੇ
ਪੱਥਰ ਤੁਸੀਂ ਕਹਿ ਰਹੇ ਹੋ ਬੋਲਣ ਲੱਗੇ ਸਰਕਾਰ ਕਹਿੰਦੇ ਜਦੋਂ ਪਾਣੀ ਦੀਆਂ ਬੂੰਦਾਂ ਗਿਰਦੀਆਂ ਰਹਿੰਦੀਆਂ ਨਾ ਤਾਂ ਪੱਥਰ ਤੇ ਵੀ ਨਿਸ਼ਾਨ ਪੈਣ ਲੱਗ ਜਾਂਦੇ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਪੱਥਰ ਵੀ ਅੱਜ ਬੋਲ ਰਹੇ ਨੇ, ਚੰਡੀਗੜ੍ਹ ਨੂੰ ਪੱਥਰਾਂ ਦਾ ਸ਼ਹਿਰ ਕਿਹਾ ਜਾਂਦਾ ਹੈ, ਪਰ ਸਰਕਾਰ ਇੰਨੇ ਲੰਬੇ ਸੰਘਰਸ਼ ਤੋਂ ਬਾਅਦ ਵੀ ਕਿਉਂ ਨਹੀਂ ਹਿੱਲ ਰਹੀ? ਸਰਕਾਰ ਹਿੱਲੀ ਹੋਈ ਹੈ। ਇਹ ਆਪਾਂ ਨੂੰ ਲੱਗ ਰਿਹਾ ਹੈ ਕਿ ਸਰਕਾਰ ਹਿੱਲੀ ਨਹੀਂ, ਸਰਕਾਰ ਬਿਲਕੁਲ ਹਿੱਲੀ ਹੋਈ ਹੈ। ਔਰ ਸਰਕਾਰ ਨੂੰ ਕੁਝ ਪਤਾ ਹੀ ਨਹੀਂ ਲੱਗ ਰਿਹਾ ਕਿ ਮੈਂ ਹੁਣ ਕਿਸ ਤਰ੍ਹਾਂ ਅੱਗੇ ਆਵਾਂ। ਅਸੀਂ ਜਿੱਤੇ ਹੋਏ ਹਾਂ, ਅਸੀਂ ਸਰਕਾਰ ਨੂੰ ਬਸ ਹੁਣ 11 ਮੀਟਿੰਗਾਂ ਉਸ ਟਾਈਮ ਹੋ ਗਈਆਂ, ਤਾਂ ਉਸ ਟਾਈਮ ਬਾਰ-ਬਾਰ ਕਿਉਂ ਨਹੀਂ ਉਹ ਰਿਲੀਜ਼ ਕਰ ਰਹੇ, ਬਾਹਰ ਦਿਖਾ ਰਹੇ ਕਿ ਸਾਡੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਜੋ ਕੁਝ ਉਹਨਾਂ ਨੂੰ ਜਾ ਕੇ ਦੱਸਿਆ ਉਹ ਕਿਉਂ ਨਹੀਂ ਦਿਖਾ ਰਹੇ ਆ? ਉਹਨਾਂ ਨੂੰ ਦੱਸਣਾ ਚਾਹੀਦਾ, ਸਾਡੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਜੋ ਵੀ ਉਹਨਾਂ ਨੂੰ ਕੁਝ ਕਿਹਾ ਹੈ ਉਹ ਸਾਰਾ ਕੁਝ ਦੱਸਣਾ ਚਾਹੀਦਾ। ਇਹ ਸਾਡੀ ਭੈਣ ਸ਼ੇਰਨੀ ਰਾਜ ਕੌਰ, ਇਹਦੇ ਤੇ ਵੀ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ, ਪਰ ਸਾਡੀ ਜਿੱਤ ਹੈ। FIR ਦਰਜ ਬੇਸ਼ੱਕ ਉਹਨਾਂ ਨੇ ਅਣਪਛਾਤਿਆਂ ਤੇ ਕੀਤੀ ਹੈ, ਸਾਡੀਆਂ CDs ਉਹਨਾਂ ਕੋਲ ਗਈਆਂ ਹੋਈਆਂ, ਅਸੀਂ ਉਹਨਾਂ ਨੂੰ ਅੰਦਰ ਕਰਵਾ ਕੇ ਹੀ ਰਹਾਂਗੇ। ਸਾਡੀ ਇਹ ਸ਼ੇਰਨੀ ਭੈਣ, ਅਸੀਂ ਵੀ ਨਾਲ ਇਸ ਦੀਆਂ ਭੈਣਾਂ ਡਟ ਕੇ ਖੜੀਆਂ। ਔਰਤਾਂ ਦੀ ਭੂਮਿਕਾ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ ਸੰਘਰਸ਼ ਦੇ ਵਿੱਚ? ਕਿਉਂਕਿ ਚਾਰ ਦੀਵਾਰੀ ਦੇ ਅੰਦਰ ਇੱਕ ਸੀਮਾ ਤੈਅ ਕਰਦੀ ਸੀ ਕਿ ਤੂੰ ਚਾਰ ਦੀਵਾਰੀ ਦੇ ਅੰਦਰ ਯਾਰ ਰਸੋਈ ਸੰਭਾਲ ਲੈ, ਕੱਪੜੇ ਧੋ ਲੈ, ਬੱਚੇ ਸਾਂਭ ਲੈ, ਪਰ ਅੱਜ ਜਦੋਂ ਹੱਕ ਲੈਣ ਦੀ ਵਾਰੀ ਆਈ ਹੈ ਤੇ ਅੱਜ ਵੀ ਔਰਤ ਜਿਹੜੀ ਆ ਬਰਾਬਰ ਅੰਦੋਲਨ 'ਚ ਆ ਗਈ ਹੈ। ਹੁਣ ਕੀ ਲੱਗਦਾ ਹੈ ਕਿ ਅੰਦੋਲਨ ਨੇ ਔਰਤਾਂ ਨੂੰ ਵੀ ਇੱਕ ਵੱਖਰੇ ਸਟੈਂਡ ਤੇ ਕਾਇਮ ਕੀਤਾ? ਬਿਲਕੁਲ, ਔਰਤਾਂ ਨੂੰ ਇੱਕ ਇੰਟਰਨੈਸ਼ਨਲ ਲੈਵਲ ਤੇ ਅਲੱਗ ਤੋਂ ਉਸ ਦੀ ਪਹਿਚਾਣ ਦਿੱਤੀ ਹੈ ਇਸ ਅੰਦੋਲਨ ਨੇ। ਸਾਡੀਆਂ 90 ਸਾਲ ਦੀਆਂ ਮਾਤਾਵਾਂ ਤੇ ਦਿੱਲੀ ਆਪਣੇ ਸਿੰਘੂ ਟਿੱਕਰੀ ਬਾਰਡਰ ਤੇ ਬੈਠੀਆਂ, ਸਾਡੀਆਂ ਭੈਣਾਂ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਉਹ ਬੈਠੀਆਂ ਹੋਈਆਂ। ਇਹ ਸੰਘਰਸ਼ ਅਸੀਂ ਕਿਉਂ ਨਹੀਂ ਜਿੱਤਾਂਗੇ? ਇਹ ਸੰਘਰਸ਼ ਅਸੀਂ ਹਰ ਹਾਲ 'ਚ ਵੈਸੇ ਅਸੀਂ ਜਿੱਤੇ ਹੋਏ ਹਾਂ, ਬਸ ਸਰਕਾਰ ਨੇ ਇੱਕ ਐਲਾਨ ਹੀ ਕਰਨਾ ਹੈ, ਜਾਂ ਸਰਕਾਰ ਸੋਚਦੀ ਹੋਵੇ ਵੀ 24 ਤੱਕ ਤਾਂ ਉਹਨੇ ਚਲੀ ਜਾਣਾ। ਅਸੀਂ ਸੰਘਰਸ਼ ਹਰ ਹਾਲ 'ਚ ਜਿੱਤੇ ਹੋਏ ਹਾਂ। ਸੋ ਤੁਸੀਂ ਵੇਖਿਆ ਹੈ ਕਿ ਚਿਹਰੇ ਤੇ ਮੁਸਕਰਾਹਟ ਹੈ, ਪਰ ਗਰਮੀ ਹੈ, ਔਰ ਇੱਕ ਸ਼ੇਰ ਤੁਸੀਂ ਸੁਣਿਆ ਹੋਵੇਗਾ ਕਿ ਜਿੱਤ ਸਾਡੀ ਪੱਕੀ ਹੈ, ਐਲਾਨ ਹੋਣਾ ਬਾਕੀ ਹੈ। ਔਰ ਇਹੀ ਕਹਿਣਾ ਇਹਨਾਂ ਕਿਸਾਨ ਔਰਤਾਂ ਦਾ ਹੈ ਕਿ ਜਿੱਤ ਸਾਡੀ ਤੈਅ ਹੈ, ਸਿਰਫ ਐਲਾਨ ਹੋਣਾ ਬਾਕੀ ਹੈ। ਹਾਲਾਂਕਿ ਸਰਕਾਰ ਦੇ ਵੱਲੋਂ ਕੋਈ ਵੀ ਕਦਮ ਅੱਗੇ ਨਹੀਂ ਵਧਾਇਆ ਜਾ ਰਿਹਾ, ਪਰ ਸੰਘਰਸ਼ ਕਾਇਮ ਹੈ ਔਰ ਇਹਨਾਂ ਦਾ ਦਾਅਵਾ ਹੈ ਕਿ ਸੰਘਰਸ਼ ਨੂੰ ਬੂਰ ਇੱਕ ਦਿਨ ਜ਼ਰੂਰ ਪਏਗਾ ਔਰ ਸਰਕਾਰ ਇਹਨਾਂ ਦੀਆਂ ਮੰਗਾਂ ਮੰਨਣ ਦੇ ਲਈ ਮਜਬੂਰ ਜ਼ਰੂਰ ਹੋਏਗੀ। ਕਿਸਾਨੀ ਸੰਘਰਸ਼ ਦੇ ਵੱਖ-ਵੱਖ ਰੰਗ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋ ਰਹੇ ਹਾਂ। ਤੁਸੀਂ ਬਣੇ ਰਹੋ ਸਾਡੇ ਨਾਲ, ਵੇਖਦੇ ਰਹੋ ਪੰਜਾਬ ਸਟਾਰ TV। ਧੰਨਵਾਦ।